ਵਿਰੋਧੀ ਧਿਰਾਂ ਦੇ ਵਿੱਚੋਂ ਇੱਕ ਇਹ ਵੀ ਸਵਾਲ ਖੜਾ ਹੋਇਆ ਵੀ ਗਵਰਨੈਂਸ ਕਮਿਸ਼ਨ ਦੀ ਹੀ ਕੀ ਲੌਜਿਕ ਸੀਗਾ, ਉਹ ਕਮਿਸ਼ਨ ਕੀ ਕਰੇਗਾ ਜੋ ਕਿ ਸਰਕਾਰ ਦੇ ਅਫਸਰ ਕਰ ਸਕਦੇ ਨੇ। ਇਹ ਵੀ ਸਵਾਲ ਖੜੇ ਹੁੰਦੇ ਹੈਗੇ ਜਾਂ ਹੋਏ ਵੀ ਸ਼ਾਇਦ ਸਰਕਾਰ ਦੀ ਗਵਰਨੈਂਸ ਫੇਲ ਹੋਈ ਤਾਂ ਕਰਕੇ ਐਕਟ ਬਣਾਉਣ ਦੀ ਲੋੜ ਪਈ। ਜਦੋਂ ਇਸ ਕਿਸਮ ਦੇ ਸਵਾਲ ਆਉਂਦੇ ਨੇ, ਹਾਊ ਯੂ ਐਡਰੈਸ ਦੈਮ? ਗਵਰਨੈਂਸ ਕਮਿਸ਼ਨ ਦਾ ਖਾਸ ਮਕਸਦ ਸੀ ਵੀ ਨੀਡਡ ਅ ਸਮਬਡੀ ਫਰਮ ਆਊਟਸਾਈਡ ਟੂ ਲੁੱਕ ਐਟ ਦ ਇਨਸਾਈਡ। ਜੇ ਬੰਦਾ ਇਨਸਾਈਡ ਹੋਊਗਾ ਉਹ ਕਿਤੇ ਆਪਣੀ ਗੱਲ ਕਮਜ਼ੋਰੀ ਦੱਸੂਗਾ ਨਹੀਂ। ਸੋ ਅਸੀਂ ਆਊਟਸਾਈਡ ਬੈਠ ਕੇ ਜਿਹੜੀ ਗਰੁੱਪ ਕਮੇਟੀ ਬਣਾਈ ਸੀ ਡਾਕਟਰ ਪ੍ਰਮੋਦ ਕੁਮਾਰ ਦਾ ਤੇ ਜਿਹੜੇ ਐਕਸਪਰਟਸ ਪਾਏ ਸੀ, ਦੇ ਲੁੱਕਡ ਐਟ ਦ ਗਵਰਨੈਂਸ ਫਰਮ ਆਊਟਸਾਈਡ ਐਂਡ ਆਈਡੈਂਟੀਫਾਈਡ, met people, met officials, identified the problems and suggested solutions and we implemented them. ਇਹ ਸਾਰੀ ਚੀਜ਼ਾਂ ਕਾਰਗਰ ਢੰਗ ਨਾਲ ਇੰਪਲੀਮੈਂਟ ਕਰਨਾ ਹੁਣ ਨੈਕਸਟ ਸਟੈਪ ਫਾਰਵਰਡ ਹੈ, ਕਿਉਂਕਿ ਤੁਸੀਂ ਇੱਕ ਲੈਜਿਸਲੇਟਿਵ ਜਾਮਾ ਬਣਾਤਾ ਹੈਗਾ ਉਸ ਪੂਰੀ ਪ੍ਰਕਿਰਿਆ ਨੂੰ, ਜੋ ਕਿ ਤੁਹਾਡਾ ਪੈਟ ਪ੍ਰੋਜੈਕਟ ਚੱਲਦਾ ਆ ਰਿਹਾ ਹੈਗਾ। ਲੇਕਿਨ ਨਾਓ ਦਾ ਪੁਆਇੰਟ ਇਜ਼ ਇੰਪਲੀਮੈਂਟਿੰਗ। ਸੋ ਆਰ ਯੂ ਕੌਨਫੀਡੈਂਟ ਵੀ ਚੀਜ਼ਾਂ ਇੰਪਲੀਮੈਂਟ ਹੋ ਕੇ ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ ਵਿਦਨ ਫਿਊ ਮੰਥਸ ਆਫਟਰ ਦ ਐਕਟ ਇਜ਼ ਡਰਾਫਟਡ? ਸਾਨੂੰ ਉਮੀਦ ਹੈ ਕਿ ਬਾਈ ਜੁਲਾਈ ਸਾਰੀ ਆਰਡੀਨੈਂਸ ਤੇ ਇਨਫਰਾਸਟ੍ਰਕਚਰ ਜਿਹੜਾ ਹੈ ਇਸ ਐਕਟ ਦਾ ਇਨ ਪਲੇਸ ਹੋ ਜਾਊਗਾ। ਇਨੀਸ਼ੀਅਲੀ ਕੋਈ ਵੀ ਨਵਾਂ ਕੰਮ ਕਰੋ ਪ੍ਰੋਬਲਮਸ ਆਉਂਦੀਆਂ, ਇਨਫਰਾਸਟ੍ਰਕਚਰ ਪੁਆਇੰਟ ਆਫ ਪ੍ਰੋਬਲਮਸ ਆਉਂਦੀਆਂ ਜਾਂ ਹੋਰ ਵੀ ਕਮੀਆਂ ਆਉਂਦੀਆਂ। ਜਿਵੇਂ ਆਰਟੀਆਈ ਹੈ, ਆਰਟੀਆਈ ਜਦੋਂ ਸ਼ੁਰੂ ਹੋਇਆ ਸੀ ਕਿਸੇ ਨੂੰ ਉਮੀਦ ਨਹੀਂ ਸੀ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਰਾਹੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਹੀ ਮਿਲੂਗੀ। 5 ਸਾਲ ਹੋ ਚੁੱਕੇ, 5 ਸਾਲ ਹੋ ਗਏ ਹੈ। ਅੱਜ ਆਰਟੀਆਈ ਹੈਜ਼ ਬਿਕਮ ਵਨ ਆਫ ਦ ਬਿਗੇਸਟ ਸਕਸੈਸ ਸਟੋਰੀਜ਼। ਆਈ ਜਿਵੇਂ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਲੋਕਾਂ ਨੂੰ ਮਨ ਸ਼ਾਇਦ ਹੋਏ ਕਿ ਜੇ ਇਹਨਾਂ 7 ਦਿਨ ਲੱਗਿਆ ਤਾਂ ਸ਼ਾਇਦ ਨਾ ਹੋਇਆ ਕਿ 7 ਦੀ ਜਗ੍ਹਾ 8 ਲੱਗ ਜਾਣ, ਪਰ ਹੌਲੀ ਹੌਲੀ ਤੁਸੀਂ ਦੇਖੋਗੇ 2-3 ਮਹੀਨਿਆਂ 'ਚ ਇਟ ਵਿਲ come to the right timings, because now the officers pressure is on the officers and people will feel that it's a right, so they'll demand their right. They will look for, if somebody does not provide them services, ਉਹ ਕੰਪਲੇਨ ਵੀ ਕਰਨਗੇ। ਉਹਦੇ ਜਦੋਂ ਰਿਜ਼ਲਟ ਆਏ, ਜਦੋਂ ਆਫਿਸਰਸ ਤੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਕਿਉਂ ਨਹੀਂ ਕੀਤਾ, ਆਪਣੇ ਆਪ ਹੀ ਸਿਸਟਮਸ ਇਨ ਪਲੇਸ ਹੋਣ ਲੱਗ ਜਾਣਗੇ। ਤੇ ਇਸ ਨੂੰ ਲੈ ਕੇ ਪੈਰਾਫਰਨੇਲੀਆ ਵੇਅਰ ਵਿਦਲ ਇੱਛਾ ਸ਼ਕਤੀ, ਪੋਲੀਟੀਕਲ ਇੱਛਾ ਸ਼ਕਤੀ ਦਾ ਸਬੂਤ ਮਿਲ ਗਿਆ ਵੀ ਗਵਰਨਮੈਂਟ ਕਮਿਟਡ ਹੈਗੀ ਹੈ ਰਿਫਾਰਮਸ ਨੂੰ, ਸਿਰਫ ਗੱਲਬਾਤ ਤੋਰਨ ਦੇ ਵਿੱਚ ਹੀ ਨਹੀਂ ਬਲਕਿ ਉਸ ਨੂੰ ਇੱਕ ਐਕਟ ਦੀ ਸ਼ਕਲ ਵੀ ਦੇ ਸਕਦੀ ਹੈ। ਲੇਕਿਨ ਹੁਣ ਜਦੋਂ ਥਰੜੇ ਲੈਵਲ ਤੇ ਚੀਜ਼ਾਂ ਨੂੰ ਇਨ ਪਲੇਸ ਕਰਨਾ ਹੈਗਾ, ਕਿਉਂਕਿ ਉਹਦੇ ਲਈ ਬਹੁਤ ਇਨਫਰਾਸਟ੍ਰਕਚਰ ਰਿਕੁਆਇਰਮੈਂਟਸ ਹੈਗੀਆਂ, ਸੋ ਓਵਰ ਦ ਪੀਰੀਅਡ ਆਫ ਟਾਈਮ ਯੂ ਸੀ them falling in place। ਮੈਨੂੰ ਉਮੀਦ ਹੈ ਕਿ ਅਸੀਂ ਪੂਰੀ ਜਿਹੜੇ ਡਿਪਾਰਟਮੈਂਟਸ ਹੈ, ਸਾਡੇ ਗਵਰਨਮੈਂਟ ਡਿਪਾਰਟਮੈਂਟਸ ਹੈ, ਸਾਰੇ ਆਫਿਸਰਸ ਹੈ, ਵੀ ਵਿਲ ਪ੍ਰੋਵਾਈਡ them ਫੁੱਲ ਸਪੋਰਟ। ਗਵਰਨਮੈਂਟ ਤਰਫੋਂ ਵੀ ਫੁੱਲ ਸਪੋਰਟ ਦੇਵਾਂਗੇ, ਐਡਮਿਨਿਸਟ੍ਰੇਸ਼ਨ ਤਰਫ ਤੋਂ ਵੀ ਪੂਰੀ ਸਪੋਰਟ ਦੇਵਾਂਗੇ। ਜਿੱਥੇ ਜਿੱਥੇ ਉਹਨਾਂ ਨੂੰ ਕੋਈ ਰਿਕੁਆਇਰਮੈਂਟਸ ਹੈ, ਵੀ ਵਿਲ ਟਰਾਈ ਕਿ ਅਗਲੇ ਥੋੜ੍ਹੇ ਜਿਹੇ ਮਹੀਨਿਆਂ ਦੇ ਅੰਦਰ ਅਸੀਂ ਸਾਰੇ ਉਹਨਾਂ ਦੀ ਰਿਕੁਆਇਰਮੈਂਟ ਅਸੀਂ ਪੂਰੀ ਕਰ ਸਕੀਏ। ਬਿਕੋਜ਼ ਆਹ ਇੱਕ ਹਿਸਟੋਰਿਕ ਡਿਸੀਸ਼ਨ ਹੈ ਤੇ ਮੈਨੂੰ ਆਸ ਹੈ ਤੇ ਤੁਸੀਂ ਆਪ ਕਹੋਗੇ ਥੋੜ੍ਹੇ ਮਹੀਨਿਆਂ ਬਾਅਦ ਸਾਰੀਆਂ ਹਿੰਦੁਸਤਾਨ ਦੀਆਂ ਸਟੇਟਸ ਵਿਲ ਸਟਾਰਟ ਲੁਕਿੰਗ ਐਟ ਆਰ ਐਕਟ। ਗਵਰਨਮੈਂਟ ਆਫ ਇੰਡੀਆ ਵੀ ਮੈਨੂੰ ਲੱਗਦਾ ਤੁਸੀਂ ਲੱਗਦਾ ਹੈ ਜਿਵੇਂ ਉਹ ਸਕੈਮ ਕਰੀ ਜਾਂਦੇ ਹੈ, ਇੰਨੇ ਉਹਨਾਂ ਨੂੰ ਜਿਵੇਂ ਲੁੱਟ ਖੋਹ ਹੋਈ ਹੈ, ਉਹਨਾਂ ਨੂੰ ਮਜਬੂਰਨ ਆਈ ਐਕਟ ਅਪਣਾਉਣਾ ਪੈਣਾ ਜਿਹੜਾ ਅਸੀਂ ਸ਼ੁਰੂ ਕੀਤਾ ਹੈ। ਸਰਟਨਲੀ ਫੀਲਰਸ ਆ ਰਹੇ ਹੈਗੇ ਨੇ, ਕਈ ਸੂਬਿਆਂ ਨੇ ਤੇ ਜਿਵੇਂ ਜ਼ਿਕਰ ਕਰ ਚੁੱਕੇ ਨੇ, ਗਵਰਨਮੈਂਟ ਆਫ ਇੰਡੀਆ ਵੀ ਕਾਫੀ ਹੱਦ ਤੱਕ ਇਸ ਬਾਰੇ ਵਿਚਾਰ ਕਰ ਰਹੀ ਹੈ ਤੇ ਸ਼ਾਇਦ ਬਹੁਤ ਹੀ ਛੇਤੀ ਇਸ ਕਿਸਮ ਦੇ ਐਕਟਸ, ਉਹਨਾਂ ਦਾ ਸਰੂਪ ਥੋੜਾ ਵੱਖਰਾ ਹੋ ਸਕਦਾ ਲੇਕਿਨ ਉਹ ਚੀਜ਼ਾਂ ਆਉਣ ਜਾ ਰਹੀਆਂ ਨੇ। ਇੱਕ ਛੋਟਾ ਕਮਰਸ਼ੀਅਲ ਬ੍ਰੇਕ ਲੈ ਲੈਣੇ। 67 ਸੇਵਾਵਾਂ ਹੈਗੇ ਨੇ, 67 ਸਰਵਿਸਿਜ਼ ਹੈਗੇ, ਜਿਨ੍ਹਾਂ 'ਚੋਂ 20 ਪੁਲਿਸ ਸੇਵਾਵਾਂ ਹੈਗੇ ਨੇ, 47 ਨਾਗਰਿਕ ਸੇਵਾਵਾਂ ਹੈਗੀਆਂ ਨੇ। ਕੀ ਇੰਪੈਕਟ ਹੋਣ ਜਾ ਰਿਹਾ ਹੈਗਾ, ਬਹੁਤ ਬਾਰੀਕੀ ਦੇ ਵਿੱਚ ਜਾ ਕੇ ਉਹ ਵੱਖ-ਵੱਖ ਕਮਿਸ਼ਨਸ, ਉਹ ਕੋਰ ਜਿਹੜੇ ਗਰੁੱਪਸ ਹੈਗੇ ਨੇ, ਸਟੱਡੀ ਗਰੁੱਪਸ ਹੈਗੇ ਨੇ, ਵਰਕਿੰਗ ਗਰੁੱਪਸ ਹੈਗੇ ਨੇ, ਉਹਨਾਂ ਨੇ ਸਟੱਡੀ ਕੀਤਾ। ਉਸ ਤੋਂ ਬਾਅਦ ਸਰਕਾਰ ਕੋਲ ਸਿਫਾਰਿਸ਼ਾਂ ਤੇ ਸਰਕਾਰ ਨੇ ਉਸ ਐਕਟ ਨੂੰ ਉਸ ਕਮਿਸ਼ਨ ਦੀ ਰਿਕਮੈਂਡੇਸ਼ਨ ਤੋਂ ਵੀ ਉੱਤੇ ਵੱਧ ਚੜ੍ਹ ਕੇ ਇੱਕ ਸ਼ਕਲ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਹੋਣਾ ਨਾਲ ਸ਼ੇਅਰ ਹੋਏਗੀ ਬ੍ਰੇਕ ਤੋਂ ਬਾਅਦ।